ਲੋਕਾਂ ਦੀ ਪਸੰਦ ਨੂੰ ਕੈਪਚਰ ਕਿਵੇਂ ਕਰਦੇ ਸੀ ਤੁਸੀਂ ਔਰ ਕਿਸ ਤਰ੍ਹਾਂ ਟ੍ਰੈਂਡ ਨੂੰ ਫੋਲੋ ਕਰਦੇ ਸੀ? ਫੈਸ਼ਨ ਟਾਈਮ ਟੂ ਟਾਈਮ ਵੈਸੇ ਚੇਂਜ ਵੀ ਹੁੰਦਾ ਰਹਿੰਦਾ ਹੈਗਾ ਜੀ। ਬਟ ਜੋ ਕਢਾਈ ਦਾ ਕੰਮ ਇੰਡੀਆ ਦੇ ਵਿੱਚ ਲੋਕੀ ਕਈ ਪੁਸ਼ਤੈਨੀ ਕਰਦੇ ਹੈਗੇ ਨੇ, ਉਹ ਜਿਹੜੀ ਕਲਾ ਹੈਗੀ ਹੈ ਉਹ ਇੱਕ ਬੜੀ ਨੈਵਰ ਐਂਡਿੰਗ ਕਲਾ ਹੈਗੀ। ਐਨਜੀਓ ਖੋਲ੍ਹ ਲੈਣੀ ਬਹੁਤ ਸੌਖੀ ਹੈ, ਲੇਕਿਨ ਉਸ ਨੂੰ ਕੰਟੀਨਿਊਸਲੀ ਰਨ ਕਰਨਾ ਜਿਹੜਾ ਹੈਗਾ ਬਹੁਤ ਔਖਾ ਹੁੰਦਾ ਹੈ। ਜੋ ਅਸੀਂ ਸਿੱਖਿਆ ਹੈਗਾ ਉਹ ਇਹੀ ਹੈਗਾ ਕਿ ਵੀ ਕੁਝ ਦੇਣ ਦੇ ਨਾਲ ਵੱਧਦਾ ਹੀ ਹੈਗਾ, ਘਟਦਾ ਨਹੀਂ ਹੈਗਾ। ਭਾਵੇਂ ਅੱਜ ਤੁਸੀਂ ਬਿਜ਼ਨਸ ਟਾਈਕੂਨ ਹੋ, ਪਰ ਪੰਜਾਬ ਦੀ ਕਿੱਥੇ ਆ ਭਾਰਤ ਦੀ ਮਿੱਟੀ ਦੀ ਯਾਦ ਆਉਂਦੀ ਹੈ। ਭਾਰਤ ਦੀ ਮਿੱਟੀ ਦੀ ਯਾਦ ਤੇ ਹਮੇਸ਼ਾ ਬਣੀ ਰਹੀ ਹੈਗੀ ਹੈ ਔਰ ਹੁਣ ਵੀ ਆਈ ਜਾਈਦਾ ਹੈਗਾ। ਜੇ ਪਰਮਾਤਮਾ ਨੂੰ ਇਸ ਤਰ੍ਹਾਂ ਹੀ ਮਨਜ਼ੂਰ ਸੀਗਾ ਤੇ ਅਸੀਂ ਉਸੇ ਨੂੰ ਸਿਰ ਮੱਥੇ ਲੈ ਕੇ ਐਕਸੈਪਟ ਕੀਤਾ। सत श्रीकाल, नमस्कार, आदाब। मैं हाँ भलविंदर सिंह बिरमानी। प्रोग्राम सिखा फिलहाल ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ। ਔਰ ਅੱਜ ਮੈਂ ਪਹੁੰਚਾ ਹਾਂ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਸ਼ਹਿਰ ਯਾਨੀ ਕਿ ਲਾਸ ਐਂਜਲਸ ਵਿੱਚ। ਔਰ ਅੱਜ ਅਸੀਂ ਮਿਲ ਕੇ ਸਿਖਾ ਫਿਲਹਾਲ ਜਿਨ੍ਹਾਂ ਨੂੰ ਕਹਿ ਰਹੇ ਨੇ ਉਹ ਨੇ ਬਹੁਤ ਹੀ ਖਾਸ ਸ਼ਖਸੀਅਤ ਮੇਰੇ ਨਾਲ ਜੀ ਹਾਂ ਜੁੜੇ ਹੋਏ ਨੇ, ਸਰਦਾਰ ਗੁਰਬਖਸ਼ ਸਿੰਘ ਭਸੀਨ ਸਾਹਿਬ। ਭਸੀਨ ਸਾਹਿਬ ਬਹੁਤ-ਬਹੁਤ ਸਵਾਗਤ ਔਰ ਬਹੁਤ-ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਜੀ। ਸੋ ਅੱਜ ਸਾਡੇ ਨਾਲ ਗੁਰਬਖਸ਼ ਸਿੰਘ ਭਸੀਨ ਸਾਹਿਬ ਕਿਉਂ ਜੁੜੇ ਹੋਏ ਨੇ? ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇੱਕ ਬਹੁਤ ਹੀ ਕੰਪਨੀ ਹੈਗੀ ਹੈ, ਇੱਕ ਐਲਪਾਈਨ ਨੈਚੁਰਲਸ ਇੰਕ, ਉਹਦੇ ਪ੍ਰੈਜ਼ੀਡੈਂਟ ਹੈਗੇ ਨੇ। ਨਾਲ ਹੀ ਇੱਕ ਸੇਵਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਉਸ ਦੇ ਵੀ ਪ੍ਰੈਜ਼ੀਡੈਂਟ ਨੇ। ਬਹੁਤ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਵਾਲਨਟ ਗੁਰਦੁਆਰਾ ਸਾਹਿਬ ਹੈ, ਬਹੁਤ ਹੀ ਸੋਹਣੀ ਤਰ੍ਹਾਂ ਸੰਚਾਲਨ ਹੋ ਰਿਹਾ, ਉਹ ਵੀ ਇਹਨਾਂ ਦੀ ਦੇਖ ਰੇਖ ਵਿੱਚ ਹੋ ਰਿਹਾ ਹੈ। ਸੋ ਆਓ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਸਿੰਘ ਸਾਹਿਬ, ਪਹਿਲਾਂ ਤਾਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿਉਂਕਿ ਬਹੁਤ ਇੱਕ ਵਧੀਆ ਕੰਪਨੀ ਤੁਸੀਂ ਇਸਟੈਬਲਿਸ਼ ਕੀਤੀ ਹੋਈ ਹੈ, ਸੇਵਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ। ਹੌਲੀ ਹੌਲੀ ਤੁਸੀਂ ਇਸ ਨੂੰ ਅੱਗੇ ਵਧਾ ਰਹੇ ਹੋ ਔਰ ਬਹੁਤ ਹੀ ਬੱਚਿਆਂ ਦੀ ਸੇਵਾ ਵੀ ਕਰ ਰਹੇ ਹੈਗੇ ਹੋ। ਔਰ ਕਿਸ ਤਰ੍ਹਾਂ ਨਾਲ ਸੇਵਾ ਕਰ ਰਹੇ ਹੋ ਜ਼ਰੂਰ ਤੁਹਾਨੂੰ ਆਉਣ ਵਾਲੇ ਟਾਈਮ 'ਚ ਅਸੀਂ ਤੁਹਾਡੇ ਤੋਂ ਜਾਣਾਂਗੇ। ਪਰ ਸਭ ਤੋਂ ਪਹਿਲਾਂ ਇਹ ਜ਼ਰੂਰ ਜਾਣਨਾ ਚਾਹਾਂਗੇ ਕਿ ਅਮਰੀਕਾ ਦੀ ਧਰਤੀ 'ਤੇ ਬਿਜ਼ਨਸ ਟਾਈਕੂਨ ਬਣਨਾ ਕੋਈ ਇੰਨਾ ਸੌਖਾ ਕੰਮ ਨਹੀਂ ਹੁੰਦਾ। ਕਿੰਨੇ ਸਾਲ ਲੱਗੇ? ਕਦੋਂ ਆਪਣੇ ਆਪ ਨੂੰ ਪਹਿਲੀ ਵਾਰੀ ਅਮਰੀਕਾ ਦੀ ਧਰਤੀ 'ਤੇ ਕਦਮ ਰੱਖਿਆ ਤੁਸੀਂ? ਮੇਰਾ ਅਮਰੀਕਾ ਆਉਣਾ ਤਕਰੀਬਨ 1988 ਦੇ ਵਿੱਚ ਮੈਂ ਆਇਆ ਸੀਗਾ ਜੀ। ਔਰ ਅਸੀਂ ਇੰਡੀਆ ਤੋਂ ਗਾਰਮੈਂਟਸ ਐਕਸਪੋਰਟ ਕਰਿਆ ਕਰਦੇ ਸੀ USA। ਤੇ ਉਸੇ ਦੇ ਸਿਲਸਿਲੇ ਦੇ ਵਿੱਚ ਅਸੀਂ ਇੱਥੇ ਆ ਕੇ ਆਪਣਾ ਕਾਰੋਬਾਰ ਜਿਹੜਾ ਸੀਗਾ ਉਹ ਸ਼ੁਰੂ ਕੀਤਾ ਜੀ। ਤੇ ਗਾਰਮੈਂਟ ਫੈਸ਼ਨ ਗਾਰਮੈਂਟਸ ਇੱਕ ਬੜੀ ਜ਼ਰੂਰੀ ਚੀਜ਼ ਹੈਗੀ ਹਰ ਇੱਕ ਦੇ ਲਾਈਫ ਦੇ ਵਿੱਚ। ਬਿਲਕੁਲ। ਔਰ ਮੋਸਟਲੀ ਅਸੀਂ ਇੰਡੀਆ ਤੋਂ ਜੋ ਕਾਟਨ ਔਰ ਡਿਫਰੈਂਟ ਫੈਬਰਿਕਸ ਉੱਥੇ ਦੀਆਂ ਪਸੰਦ ਕੀਤੀਆਂ ਜਾਂਦੀਆਂ ਸੀਗੀਆਂ। ਅਮਰੀਕਾ ਤੋਂ ਪਹਿਲੇ ਅਸੀਂ ਯੂਰਪ ਵਿੱਚ ਐਕਸਪੋਰਟ ਕਰਦੇ ਸੀਗੇ ਜੀ। ਤੇ ਉੱਥੋਂ ਸਾਨੂੰ ਕੁਝ ਐਕਸਪੀਰੀਅੰਸ ਹੈਗਾ ਸੀਗਾ ਤੇ ਜਿਹੜਾ ਕਿ ਅਸੀਂ ਚਾਹੁੰਦੇ ਸੀਗੇ ਕਿ ਸਾਡੇ ਇੰਡੀਆ ਦੇ ਪ੍ਰੋਡਕਟਸ ਇੱਥੇ ਪਪੂਲਰ ਹੋਣ। ਔਰ ਜੋ ਉੱਥੇ ਦੀ ਪ੍ਰਿੰਟਿੰਗ ਵਗੈਰਾ ਦੀ ਕਲਾ ਹੈਗੀ ਹੈ ਜੀ, ਉਹ ਵੀ ਅਸੀਂ ਉੱਥੇ ਕਾਫੀ ਲੋਕਾਂ ਨੂੰ ਇਸ ਇੰਡਸਟਰੀ ਦੇ ਜ਼ਰੀਏ ਰੋਜ਼ਗਾਰ ਮਿਲਦਾ ਹੈਗਾ ਜੀ। ਛੋਟੇ ਛੋਟੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਵੀ ਕੰਮ ਹੁੰਦੇ ਹੈਗੇ ਨੇ, ਕਢਾਈ ਦਾ ਕੰਮ ਹੁੰਦਾ ਹੈਗਾ। ਸੋ ਉਹ ਰੋਜ਼ਗਾਰ ਦਾ ਜ਼ਰੀਆ ਬਣਦਾ ਹੈਗਾ। ਤੇ ਉਸ ਨਜ਼ਰੀਏ ਨਾਲ ਅਸੀਂ ਇੱਥੇ US, ਕੈਨੇਡਾ, ਮੈਕਸੀਕੋ ਔਰ ਫਿਰ ਪੂਰਾ ਸਾਊਥ ਅਮਰੀਕਾ ਦੇ ਵਿੱਚ ਬਿਜ਼ਨਸ ਨੂੰ ਐਕਸਪੈਂਡ ਕੀਤਾ ਹੈਗਾ ਸੀ ਜੀ। ਪਰ ਕਿਤੇ ਨਾ ਕਿਤੇ ਜਿਹੜੇ ਕਾਰੀਗਰ ਹੁੰਦੇ ਆ ਉਹਨਾਂ ਨੂੰ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਕਿਉਂਕਿ ਜੇਕਰ ਅਸੀਂ ਟ੍ਰੈਂਡ ਸਿੱਖੀਏ, ਅਮਰੀਕਾ ਦਾ ਟ੍ਰੈਂਡ ਡਿਫਰੈਂਟ ਹੈ, ਇੰਡੀਆ ਦਾ ਟ੍ਰੈਂਡ ਡਿਫਰੈਂਟ ਹੈ, ਕੈਨੇਡਾ ਦਾ, ਮੈਕਸੀਕੋ ਦਾ ਟ੍ਰੈਂਡ ਡਿਫਰੈਂਟ ਹੈ, ਲੋਕਾਂ ਦੀ ਪਸੰਦ ਬੜੀ ਡਿਫਰੈਂਟ ਹੈਗੀ ਹੈ। ਸੋ ਲੋਕਾਂ ਦੀ ਪਸੰਦ ਨੂੰ ਕੈਪਚਰ ਕਿਵੇਂ ਕਰਦੇ ਸੀ ਤੁਸੀਂ ਔਰ ਕਿਸ ਤਰ੍ਹਾਂ ਟ੍ਰੈਂਡ ਨੂੰ ਫੋਲੋ ਕਰਦੇ ਸੀ ਕਿ ਹਾਂ ਨਹੀਂ ਹੁਣ ਇਹ ਟ੍ਰੈਂਡ ਚੱਲ ਰਿਹਾ, ਮੈਂ ਆਪਣੇ ਕਾਰੀਗਰਾਂ ਨੂੰ ਕਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਮਾਰਕੀਟ ਵਿੱਚ ਉਤਾਰੋ ਔਰ ਇਸ ਤਰ੍ਹਾਂ ਨਾਲ ਤੁਸੀਂ ਜਿਹੜੀ ਹੈ ਸਿਲਾਈ ਕਢਾਈ ਕਰੋ?
ਦੇਖੋ ਬਿਲਕੁਲ ਫੈਸ਼ਨ ਟਾਈਮ ਟੂ ਟਾਈਮ ਵੈਸੇ ਚੇਂਜ ਵੀ ਹੁੰਦਾ ਰਹਿੰਦਾ ਹੈਗਾ ਜੀ। ਤੇ ਬਟ ਜੋ ਇੱਕ ਕਢਾਈ ਦਾ ਕੰਮ ਇੰਡੀਆ ਦੇ ਵਿੱਚ ਲੋਕੀ ਕਈ ਪੁਸ਼ਤੈਨੀ ਕਰਦੇ ਹੈਗੇ ਨੇ ਜੀ। ਤੇ ਉਹ ਜਿਹੜੀ ਕਲਾ ਹੈਗੀ ਹੈ ਉਹ ਇੱਕ ਬੜੀ ਨੈਵਰ ਐਂਡਿੰਗ ਕਲਾ ਹੈਗੀ ਤੇ ਇੱਥੇ ਦੇ ਲੋਕਾਂ ਵਾਸਤੇ ਉਹ ਬੜੀ ਨਵੀਂ ਚੀਜ਼ ਹੈਗੀ ਸੀਗੀ ਜੀ। ਕਈ ਸਾਲ ਉਹਨੂੰ ਅਸੀਂ ਕਾਫੀ ਇੱਥੇ ਪੋਪੂਲਰਾਈਜ਼ ਕੀਤਾ ਔਰ ਲੋਕਾਂ ਨੇ ਕਾਫੀ ਉਹਨੂੰ ਪਸੰਦ ਕੀਤਾ ਔਰ ਖਰੀਦਦੇ ਵੀ ਹੈਗੇ ਸੀਗੇ ਜੀ। ਓਵਰ ਅ ਪੀਰੀਅਡ ਆਫ ਟਾਈਮ ਯੈਸ ਚੇਂਜ ਹੋ ਜਾਂਦਾ ਫੈਸ਼ਨ ਤੇ ਫਿਰ ਉਹਨਾਂ ਰੁਝਾਵ ਉਹਦਾ ਨਹੀਂ ਰਹਿੰਦਾ ਹੈਗਾ ਬਟ ਜਿਹੜੇ ਟਾਈਮ ਦੇ ਉੱਪਰ ਅਸੀਂ ਲਿਆ ਕੇ ਉਹਨੂੰ ਇੱਥੇ ਪ੍ਰੈਜ਼ੈਂਟ ਕੀਤਾ ਸੀਗਾ ਲੋਕਾਂ ਵਾਸਤੇ ਉਹ ਸਭ ਨਵੀਂ ਚੀਜ਼ ਹੈਗੀ ਸੀਗੀ ਐਂਡ ਇਟ ਵਰਕਡ ਆਊਟ ਵੈਰੀ ਵੈਲ ਤੇ ਉਹਦਾ ਫਿਰ ਐਕਸਪੈਂਡ ਵੀ ਕੀਤਾ ਸੀ ਅਮਰੀਕਾ ਦੇ ਇਲਾਵਾ ਉਸ ਨੂੰ ਸੈਂਟਰਲ ਅਮਰੀਕਾ ਸਾਊਥ ਅਮਰੀਕਾ ਦੇ ਵਿੱਚ ਐਕਸਪੈਂਡ ਕੀਤਾ ਅੱਜ ਵੀ ਚੱਲ ਰਿਹਾ ਹੈਗਾ ਮੇਰਾ ਬ੍ਰਦਰ ਮੈਕਸੀਕੋ ਸਿਟੀ ਦੇ ਵਿੱਚ ਹੁੰਦਾ ਹੈਗਾ ਜੀ ਤੇ ਮੈਕਸੀਕੋ ਸਿਟੀ ਦੇ ਵਿੱਚ ਜਿਤਨੀਆਂ ਬੀਚਸ ਹੈਗੀਆਂ ਬੀਚ ਏਰੀਆਜ਼ ਹੈਗੇ ਨੇ ਉੱਥੇ ਅੱਜ ਵੀ ਉਹ ਸਮਾਨ ਵਿਕਦਾ ਹੈਗਾ ਪਰ ਹੌਲੀ ਹੌਲੀ ਜਦੋਂ ਤੁਸੀਂ ਦੇਖਿਆ ਕਿ ਗਾਰਮੈਂਟਸ ਦਾ ਕੰਮ ਚੱਲ ਰਿਹਾ ਹੈ ਕਿਸ ਤਰ੍ਹਾਂ ਸੇਵਾ ਇੰਟਰਨੈਸ਼ਨਲ ਦੀ ਜੇਕਰ ਗੱਲ ਕਰੀਏ ਕਿਸ ਤਰ੍ਹਾਂ ਹੋਂਦ ਵਿੱਚ ਆਈ ਕਿਉਂਕਿ ਪੈਸਾ ਹੁੰਦਾ ਤਾਂ ਹੀ ਤੁਸੀਂ NGO ਵੀ ਖੋਲ੍ਹ ਸਕਦੇ ਹੋ ਤਾਂ ਹੀ ਤੁਸੀਂ ਹੋਰਨਾਂ ਲੋਕਾਂ ਦੀ ਸੇਵਾ ਵੀ ਕਰ ਸਕਦੇ ਹੋ ਪਰ NGO ਖੋਲ੍ਹ ਲੈਣੀ ਬਹੁਤ ਸੌਖੀ ਹੈ ਲੇਕਿਨ ਉਸ ਨੂੰ ਕੰਟੀਨਿਊਸਲੀ ਰਨ ਕਰਨਾ ਜਿਹੜਾ ਹੈਗਾ ਬਹੁਤ ਔਖਾ ਹੁੰਦਾ ਜੋ ਸਾਡੇ ਗੁਰੂਆਂ ਨੇ ਜੋ ਸਿਸਟਮ ਇੱਕ ਬਣਾਇਆ ਹੈਗਾ ਕਿ ਬਈ ਆਪਣੇ ਦਸਾਂ ਨੂੰਹਾਂ ਦੀ ਕਿਰਤ ਦੇ ਵਿੱਚੋਂ ਜੀ ਦਸਵੰਧ ਕੱਢਣਾ ਚਾਹੀਦਾ ਹੈਗਾ ਆਪਣਾ ਤੇ ਜੋ ਅਸੀਂ ਸਿੱਖਿਆ ਹੈਗਾ ਉਹ ਇਹੀ ਹੈਗਾ ਕਿ ਵੀ ਕੁਝ ਦੇਣ ਦੇ ਨਾਲ ਵੱਧਦਾ ਹੀ ਹੈਗਾ ਘਟਦਾ ਨਹੀਂ ਹੈਗਾ ਜੀ ਤੇ ਉਹੀ ਥੋੜੇ ਜਿਹੇ ਸੰਸਕਾਰ ਜਾਂ ਉਹੀ ਥੋੜੀ ਜਿਹੀ ਸੋਚ ਜਿੰਨੀ ਕੁ ਤੁਛ ਬੁੱਧੀ ਨਾਲ ਸਾਨੂੰ ਆਪਣੀ ਗੁਰਬਾਣੀ ਵਿੱਚੋਂ ਜਾਂ ਆਪਣੇ ਰਿਲੀਜਨ ਦੇ ਵਿੱਚੋਂ ਸਮਝ ਆਈ ਹੈਗੀ ਆ ਸੋ ਉਹਦੇ ਮੁਤਾਬਿਕ ਜਿੰਨੀ ਕੁ ਸੇਵਾ ਥੋੜੀ ਬਹੁਤ ਹੋ ਸਕਦੀ ਹੈਗੀ ਹੈ ਜੀ ਉਹਨੂੰ ਕਰਨ ਦੀ ਕੋਸ਼ਿਸ਼ ਕਰੀਦੀ ਹੈਗੀ ਤੇ ਪਰ ਸੇਵਾ ਇੰਟਰਨੈਸ਼ਨਲ ਕੀ ਕਰਦਾ ਹੈਗਾ ਕਿਸ ਤਰ੍ਹਾਂ ਕੰਮ ਕਰਦਾ ਸੇਵਾ ਇੰਟਰਨੈਸ਼ਨਲ ਦੀ ਜਿਹੜੀ ਆਪਣਾ ਇਨਸੈਪਸ਼ਨ ਹੈਗੀ ਸੀਗੀ ਉਹ ਤੇ ਸੀ ਕਿ ਅਸੀਂ ਇੱਥੇ US ਵਿੱਚ ਬਜ਼ੁਰਗਾਂ ਦੀ ਆਪਣਾ ਸਾਂਭ ਸੰਭਾਲ ਵਾਸਤੇ ਜੀ ਸ਼ੁਰੂਆਤ ਹੋਈ ਸੀਗੀ ਔਰ ਹੁਣ ਵੀ ਉਹਦੇ ਪ੍ਰੋਗਰਾਮ ਵਾਲਨਟ ਗੁਰਦੁਆਰੇ ਵਿੱਚ ਚੱਲਦੇ ਹੈਗੇ ਨੇ ਫਿਰ ਆਪਣਾ ਸਿੱਖ ਬੱਚਿਆਂ ਵਾਸਤੇ ਐਜੂਕੇਸ਼ਨ ਵਾਸਤੇ ਉਹਨਾਂ ਦੀ ਐਜੂਕੇਸ਼ਨ ਦੇ ਵਾਸਤੇ ਸਕੋਲਰਸ਼ਿਪਸ ਵਗੈਰਾ ਦੇਣੀਆਂ ਉਹ ਸੇਵਾ ਇੰਟਰਨੈਸ਼ਨਲ ਤਰਫੋਂ ਹੁੰਦੀ ਹੈਗੀ ਹੈ ਕਿਸ ਤਰ੍ਹਾਂ ਬੱਚੇ ਸਿਲੈਕਟ ਕੀਤੇ ਜਾਂਦੇ ਨੇ ਕਿ ਹਾਂ ਇਹਨਾਂ ਨੂੰ ਜ਼ਰੂਰਤ ਹੈ ਸਕੋਲਰਸ਼ਿਪਸ ਦੀ ਜਿਹੜੇ ਕੋਈ ਕੁਝ ਟਰਸਟ ਹੈਗੇ ਜਿਹੜੇ ਕਿ ਉਸ ਐਫਰਟ ਦੇ ਵਿੱਚ ਆਲਰੇਡੀ ਲੱਗੇ ਹੋਏ ਹੈਗੇ ਆ ਜੀ ਸੋ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਹੀ ਉਹਨਾਂ ਨੂੰ ਸਪੋਰਟ ਕਰ ਰਹੀ ਹੈਗੀ ਸੇਵਾ ਇੰਟਰਨੈਸ਼ਨਲ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ 'ਤੇ ਆਈਏ ਵਾਲਨਟ ਗੁਰਦੁਆਰਾ ਸਾਹਿਬ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਸੁਸ਼ੋਭਿਤ ਹੈਗਾ ਕਿਸ ਤਰ੍ਹਾਂ ਉਸਦੀ ਸੇਵਾ ਸੰਭਾਲ ਸ਼ੁਰੂ ਹੋਈ ਕਿਸ ਤਰ੍ਹਾਂ ਗੁਰਦੁਆਰਾ ਹੋਂਦ ਵਿੱਚ ਆਇਆ ਕੀ ਸੋਚ ਦੇ ਨਾਲ ਸ਼ੁਰੂ ਕੀਤਾ ਗਿਆ ਗੁਰਦੁਆਰਾ ਤੇ ਜੋ ਸੰਗਤ ਦੀ ਨੀਡਸ ਹੈਗੀਆਂ ਉਹਨੂੰ ਫੁੱਲਫਿਲ ਕਰਨ ਵਾਸਤੇ ਏਰੀਏ ਦੇ ਵਿੱਚ ਕਿਉਂਕਿ ਲੋਕਾਂ ਨੂੰ ਦੂਰ ਦੂਰ ਜਾਣਾ ਪੈਂਦਾ ਹੈਗਾ ਸੀਗਾ ਜੀ ਸੋ ਉਹ ਬੇਸਿਕਲੀ ਕਿਉਂਕਿ ਜਦੋਂ ਦੂਰ ਹੁੰਦਾ ਹੈਗਾ ਤੇ ਫਿਰ ਬੰਦਾ ਇੱਕ ਅੱਧਾ ਦਿਨ ਹੀ ਜਾ ਪਾਉਂਦਾ ਹੈਗਾ ਔਰ ਜਿਵੇਂ ਹੁਣ ਵਾਲਨਟ ਗੁਰਦੁਆਰੇ ਵੈਡਨਸਡੇ ਸੈਟਰਡੇ ਔਰ ਸੰਡੇ 3 ਦਿਨ ਦੀਵਾਨ ਹੁੰਦਾ ਹੈਗਾ ਜੀ ਤੇ ਸੰਗਤਾਂ ਦੀ ਕਨਵੀਨੀਅੰਸ ਵਾਸਤੇ ਹੀ ਉੱਥੇ ਵਾਲਨਟ ਦੇ ਵਿੱਚ ਬੜਾ
ਕਨਵੀਨੀਅੰਟ ਹੈਗਾ ਕਿ ਫਰੀਵੇ ਦੇ ਉੱਪਰ ਹੀ ਬਿਲਡਿੰਗ ਔਰ ਜੋ ਸਥਾਨ ਬਣਿਆ ਹੋਇਆ ਹੈ ਜੀ। ਔਰ ਸੋ ਇਸ ਕਰਕੇ ਸੰਗਤ ਦੀ ਕਨਵੀਨੀਅੰਸ ਵਾਸਤੇ ਹੀ ਉੱਥੇ ਖੋਲ੍ਹਿਆ ਗਿਆ ਹੈਗਾ ਸੀਗਾ। ਬਿਲਕੁਲ, ਪਰ ਹਰ ਗੁਰਦੁਆਰਾ ਸਾਹਿਬ ਦੀ ਇੱਕ ਸੋਚ ਹੁੰਦੀ ਹੈ ਕਿ ਹਾਂ ਕਿਸ ਤਰ੍ਹਾਂ ਅਸੀਂ ਅੰਮ੍ਰਿਤ ਸੰਚਾਰ ਦਾ ਪ੍ਰਚਾਰ ਕਰਨਾ ਹੈਗਾ, ਸਿੱਖੀ ਦਾ ਪ੍ਰਚਾਰ ਕਰਨਾ ਹੈ, ਸਿੱਖ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨਾ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਕਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਹੁੰਦੀਆਂ? ਵਾਲਨਟ ਗੁਰਦੁਆਰਾ ਸਾਹਿਬ ਦੀ ਜੇਕਰ ਖਾਸ ਤੌਰ 'ਤੇ ਗੱਲ ਕੀਤੀ ਜਾਏ। ਵਾਲਨਟ ਗੁਰਦੁਆਰੇ ਵਿੱਚ ਬਿਲਕੁਲ ਇੱਕ ਪੰਥ, ਇੱਕ ਗ੍ਰੰਥ ਔਰ ਅਕਾਲ ਤਖਤ ਦੀ ਮਰਿਆਦਾ ਦੇ ਮੁਤਾਬਿਕ ਹੀ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਹੈਗੇ ਜੀ। ਸਾਡੇ ਕੋਲ ਪੰਜਾਬੀ ਬੱਚਿਆਂ ਦੇ ਵਾਸਤੇ, ਪੰਜਾਬੀ ਸਿਖਾਉਣ ਵਾਸਤੇ, ਪੜ੍ਹਾਉਣ ਵਾਸਤੇ ਸਕੂਲ ਹੈਗਾ ਜੀ। ਸਕੂਲ ਦੇ ਵਿੱਚ ਇਸ ਵੇਲੇ ਤਕਰੀਬਨ 150 ਤੋਂ ਪੌਣੇ 200 ਬੱਚੇ ਆਪਣਾ ਸਿੱਖਿਆ ਲੈਂਦੇ ਹੈਗੇ ਨੇ ਜੀ। ਔਰ ਅਸੀਂ ਇੰਡੀਆ ਤੋਂ ਸਪੈਸ਼ਲੀ ਭਾਈ ਨਵਜੋਤ ਸਿੰਘ ਹਰਾਂ ਦਾ ਜੱਥਾ ਜਿਹੜਾ ਹੈ ਉਹ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਹੈਗੇ ਨੇ ਜੀ। ਪਲੱਸ ਉਹ ਤਾਂਤੀ ਸਾਜ਼ਾਂ ਦੀ ਸਿਖਲਾਈ ਜਿਹੜੀ ਹੈਗੀ ਹੈ ਉਹ ਸੰਗਤ ਵਿੱਚ ਔਰ ਬੱਚਿਆਂ ਵਿੱਚ ਅਸੀਂ ਤਾਂਤੀ ਸਾਜ਼ ਵੀ ਇੰਡੀਆ ਤੋਂ ਮੰਗਵਾਏ ਨੇ ਔਰ ਉਹ ਉਹਨਾਂ ਦੀ ਸਿਖਲਾਈ ਨਾਲ ਸਭ ਨੂੰ ਕਰਵਾਉਂਦੇ ਨੇ ਔਰ ਗੁਰਬਾਣੀ ਦੇ ਰਾਹੀਂ ਉਹਨਾਂ ਨੂੰ ਉਸ ਪੁਰਾਤਨ ਸਾਜ਼ਾਂ ਦੇ ਨਾਲ ਜੋੜਦੇ ਹੈਗੇ ਨੇ। ਗੁਰਦੁਆਰਾ ਸਾਹਿਬਾਨਾਂ ਵੱਲੋਂ ਆਪਣੇ ਵੱਲੋਂ ਕੋਸ਼ਿਸ਼ਾਂ ਤਾਂ ਹੋ ਰਹੀਆਂ ਨੇ ਕਿ ਬੱਚਿਆਂ ਨੂੰ ਅੱਗੇ ਲਿਆਂਦਾ ਜਾਏ, ਬੱਚਿਆਂ ਨੂੰ ਜਿਵੇਂ ਤੁਸੀਂ ਕਿਹਾ ਬਹੁਤ ਚੰਗੀ ਗੱਲ ਹੈ ਕਿ ਤੰਤੀ ਸਾਜ਼ਾਂ ਦਾ ਗਿਆਨ ਦਿੱਤਾ ਜਾ ਰਿਹਾ ਹੈ। ਪਰ ਗੁਰਦੁਆਰਾ ਸਾਹਿਬਾਨਾਂ ਵਿੱਚ ਦੇਖਿਆ ਜਾਏ ਤਾਂ ਇੱਕ ਕੜਵਾ ਸਵਾਲ ਇਹ ਵੀ ਹੈ, ਕੜਵੀ ਸੱਚਾਈ ਵੀ ਇਹ ਵੀ ਹੈ ਕਿ ਬੱਚਿਆਂ ਦੀ ਜਿਹੜੀ ਸ਼ਮੂਲੀਅਤ ਹੈਗੀ ਹੈ ਉਹ ਬਹੁਤ ਘਟਦੀ ਜਾ ਰਹੀ ਹੈ। ਨੌਜਵਾਨਾਂ ਦੀ ਸ਼ਮੂਲੀਅਤ ਬੜੀ ਘਟਦੀ ਜਾ ਰਹੀ ਹੈ। ਜ਼ਿਆਦਾਤਰ ਗੁਰਦੁਆਰਾ ਜਿਹੜੇ ਨੇ ਸਿਰਫ ਬਜ਼ੁਰਗਾਂ ਦਾ ਸਥਾਨ ਬਣ ਕੇ ਰਹਿ ਗਏ ਨੇ ਅਗਰ ਦੇਖੋ, ਕਿਉਂਕਿ ਬੱਚਿਆਂ ਕੋਲ ਜਾਂ ਤਾਂ ਪੜ੍ਹਾਈ ਲਿਖਾਈ ਵੱਲ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ, ਨੌਜਵਾਨ ਆਪਣੀਆਂ ਨੌਕਰੀਆਂ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ, ਤੇ ਜਿਹੜੇ ਗੁਰੂ ਘਰ ਨੇ ਉਹ ਹੌਲੀ ਹੌਲੀ ਖਾਲੀ ਹੁੰਦੇ ਜਾ ਰਹੇ ਨੇ। ਇਸ ਬਾਰੇ ਤੁਹਾਡੀ ਕੀ ਸੋਚ ਹੈ? ਸ਼ਾਇਦ ਸਾਡੇ ਇੱਥੇ ਮੈਂ ਸਿਰਫ ਇੱਕ ਗੁਰਦੁਆਰਾ ਸਾਹਿਬ ਦੀ ਗੱਲ ਨਹੀਂ ਕਰ ਰਿਹਾ, ਇੱਕ ਜਨਰਿਕ ਗੱਲ ਕਰ ਰਿਹਾ ਮੈਂ। ਓਕੇ, ਵੈਲ ਗੁਰਦੁਆਰਾ ਡੈਫੀਨੇਟਲੀ ਹੈ ਤੇ ਆਪਣਾ ਗੁਰਬਾਣੀ ਔਰ ਉਹਨਾਂ ਪ੍ਰੋਗਰਾਮਸ ਵਾਸਤੇ, ਬਟ ਇੱਥੇ ਦੀ ਜ਼ਰੂਰਤਾਂ ਨੂੰ ਦੇਖਦੇ ਹੋਏ ਜੀ ਉੱਥੇ ਐਡੀਸ਼ਨਲ ਐਕਟੀਵਿਟੀਜ਼ ਅਗਰ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੀਆਂ ਜਾਣ, ਜੋ ਕਿ ਵਾਲਨਟ ਗੁਰਦੁਆਰੇ ਵਿੱਚ ਅਸੀਂ ਉਹਦੇ ਉੱਪਰ ਜ਼ੋਰ ਦਿੱਤਾ ਹੋਇਆ ਹੈਗਾ। ਅਸੀਂ ਬੱਚਿਆਂ ਨੂੰ ਜੋੜਨ ਵਾਸਤੇ ਉਹਨਾਂ ਦੇ ਗਰੁੱਪਸ ਬਣਾਏ ਹੋਏ ਹੈਗੇ, ਉਹਨਾਂ ਦੀਆਂ ਐਕਟੀਵਿਟੀਜ਼ ਰੈਗੂਲਰਲੀ ਪਲਾਨ ਹੁੰਦੀਆਂ ਰਹਿੰਦੀਆਂ ਹੈਗੀਆਂ ਜੀ। ਸੋ ਲਾਸਟ ਵੀਕਐਂਡ ਅਸੀਂ ਬਾਸਕਟਬਾਲ ਦਾ ਟੂਰਨਾਮੈਂਟ ਰੱਖਿਆ ਹੋਇਆ ਸੀਗਾ, ਜਿਹਦੇ ਵਿੱਚ 9 ਡਿਫਰੈਂਟ ਗਰੁੱਪਸ ਹੈਗੇ ਸੀਗੇ। ਬੱਚਿਆਂ ਦੇ ਗਰੁੱਪਸ ਅਲੱਗ ਸੀਗੇ, ਐਡਲਟਸ ਦੇ ਗਰੁੱਪ ਅਲੱਗ ਸੀਗੇ, ਮਦਰਸ ਦਾ ਗਰੁੱਪ ਸੀਗਾ, ਫਿਰ +60 ਵਾਲਿਆਂ ਦਾ ਅਲੱਗ ਗਰੁੱਪ ਹੈਗਾ ਸੀਗਾ। ਸੋ A to Z ਅਸੀਂ ਸਾਰਿਆਂ ਨੂੰ ਕਵਰ ਕਰਕੇ ਅਤੇ ਉਹਨਾਂ ਨੂੰ ਐਕਟੀਵਿਟੀਜ਼ ਦੇ ਨਾਲ ਥੋੜ੍ਹਾ ਜਿਹਾ ਜੋੜਿਆ ਹੋਇਆ ਹੈਗਾ, ਅਤੇ ਜਿਹਦੇ ਕਰਕੇ ਕਾਫੀ ਆਪਣਾ ਕੋਆਪਰੇਸ਼ਨ ਸੰਗਤ ਦੀ ਮਿਲ ਰਹੀ ਹੈਗੀ ਹੈ। ਜੇਕਰ ਅਮਰੀਕਾ ਦੇ ਗੁਆਂਢੀ ਮੁਲਕ ਵੱਲ ਦੇਖੀਏ ਤਾਂ ਗੁਆਂਢੀ ਮੁਲਕ ਕੈਨੇਡਾ ਵਿੱਚ ਪਾਰਲੀਮੈਂਟ ਇਸ ਸਮੇਂ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ, ਜੋ ਕਿ ਜਿੱਤ ਕੇ ਆਏ ਨੇ ਔਰ ਪੰਜਾਬੀਅਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਹੋਰਨਾਂ ਕਮਿਊਨਿਟੀਜ਼ ਨੂੰ ਵੀ ਦੱਸ ਰਹੇ ਨੇ ਕਿ ਪੰਜਾਬੀ ਕੌਣ ਨੇ, ਸਿੱਖ ਧਰਮ ਕੀ ਹੈਗਾ, ਪਗੜੀ ਦੀ ਪਛਾਣ ਕੀ ਹੈ। ਪਰ ਲੇਕਿਨ ਜਦੋਂ ਕਿ ਅਸੀਂ ਅਮਰੀਕਾ ਵੱਲ ਦੇਖਦੇ ਹਾਂ ਤਾਂ ਅਮਰੀਕਾ ਦਾ ਹਾਲੇ ਵੀ ਕੈਪੀਟਲ ਹਿੱਲ ਜਿਹੜਾ ਹੈਗਾ ਖਾਲੀ ਨਜ਼ਰ ਆ ਰਿਹਾ ਹੈ। ਤੁਹਾਨੂੰ ਲੱਗਦਾ ਹੈ ਕਿ ਕਮਿਊਨਿਟੀ ਆਪਣੇ ਆਪ 'ਚ ਸਪੋਰਟ ਨਹੀਂ ਕਰ ਪਾ ਰਹੀ, ਜਾਂ ਹੋਰਨਾਂ ਜਿਹੜੇ ਲੋਕ ਹੈਗੇ ਨੇ ਉਹ ਸਾਨੂੰ ਨਹੀਂ ਦੇਖ ਪਾ ਰਹੇ, ਤਾਂ ਹੀ ਸਾਨੂੰ ਵੋਟਾਂ ਨਹੀਂ ਪੈ ਰਹੀਆਂ? ਕਿਉਂਕਿ ਲੋਕੀ ਖੜੇ ਹੁੰਦੇ ਨੇ ਪਰ ਉਸ ਤਰ੍ਹਾਂ ਉਹਨਾਂ ਨੂੰ ਵੋਟ ਨਹੀਂ ਮਿਲ ਪਾਉਂਦੇ ਕਿ ਉਹ ਕੈਪੀਟਲ ਹਿੱਲ ਤੱਕ ਜਿੱਤ ਹਾਸਲ ਕਰ ਪਾਉਣ। ਪਰ ਫਿਰ ਵੀ ਕੁਝ ਪੰਜਾਬੀ ਕੁਝ ਏਰੀਆਜ਼ ਵਿੱਚ ਹੈਗੇ ਨੇ ਜੋ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਨੇ, ਪਰ ਇੱਕ ਮਜ਼ਬੂਤੀ ਦੇ ਤੌਰ 'ਤੇ ਅਸੀਂ ਵੱਡੇ ਪੱਧਰ 'ਤੇ ਨਹੀਂ ਆ ਪਾਏ। ਉਹਦਾ ਕੀ ਕਾਰਨ ਮੰਨਦੇ ਹੋ? ਵੈਲ, ਜਿਹੜਾ ਸਿੱਖ ਸੰਗਤ ਇੱਥੇ USA ਵਿੱਚ ਜੋ ਨਜ਼ਰ ਆ ਰਿਹਾ ਹੈਗਾ, ਜਾਂ ਹੁਣ ਤੱਕ ਅਸੀਂ ਪਿਛਲੇ 30-35 ਸਾਲਾਂ ਦੇ ਵਿੱਚ ਦੇਖਿਆ ਹੈਗਾ ਜੀ, ਉਹਨਾਂ ਦਾ ਜਿਹੜਾ ਰੁਝਾਨ ਹੈਗਾ, ਜਾਂ ਉਹਨਾਂ ਦਾ ਜਿਹੜਾ ਧਿਆਨ ਹੈਗਾ, ਜਾਂ ਉਹਨਾਂ ਦਾ ਜਿਹੜੇ ਵੀ ਉਹਨਾਂ ਨੇ ਪ੍ਰੋਫੈਸ਼ਨ ਮੋਸਟਲੀ ਚੂਜ਼ ਕੀਤੇ ਹੈਗੇ ਨੇ ਜੀ, ਉਹ ਥੋੜ੍ਹੇ ਜਿਹੇ ਡਿਫਰੈਂਟ ਰਹੇ ਹੈਗੇ ਨੇ। ਕਾਫੀ ਸਾਡੇ ਡਾਕਟਰਸ ਹੈਗੇ, ਕਾਫੀ ਇੰਜੀਨੀਅਰਸ ਹੈਗੇ,
ਔਰ ਬਹੁਤ ਸਾਡੇ ਸਿੱਖ ਭਰਾ ਉਹ ਆਪਣਾ ਡਿਫਰੈਂਟ ਬਿਜ਼ਨੈਸਿਸ ਦੇ ਵਿੱਚ ਹੈਗੇ ਨੇ। ਸੇ 7-Eleven ਫੋਰ ਐਗਜ਼ਾਮਪਲ ਜੀ ਅਸੀਂ ਲੋਕ ਕਾਫੀ ਓਨ ਕਰਦੇ ਹੈਗੇ ਆ, ਜਿਵੇਂ ਪਟੇਲਸ ਹੋਟਲ ਮੋਟਲ ਓਨ ਜ਼ਿਆਦਾ ਓਨ ਕਰਦੇ ਹੈਗੇ ਆ, ਜੀ ਤੇ 7-Eleven ਤੁਹਾਨੂੰ ਹਮੇਸ਼ਾ ਮੋਸਟਲੀ ਮੈਜੋਰਿਟੀ ਆਪਣੇ ਪੰਜਾਬੀਆਂ ਦੀ ਹੋਏਗੀ, ਪੰਜਾਬੀਆਂ ਦੇ ਮਿਲਣਗੇ ਜੀ। ਔਰ ਟਰਾਂਸਪੋਰਟੇਸ਼ਨ ਲਾਈਨ ਦੇ ਵਿੱਚ ਸਾਡੇ ਕਾਫੀ ਬੰਦੇ ਜੀ। ਜਿਹੜਾ ਸਾਡੇ ਬੰਦਿਆਂ ਦਾ ਰੁਝਾਨ ਰਿਹਾ ਹੈਗਾ ਉਹ ਥੋੜ੍ਹਾ ਜਿਹਾ ਕੋਈ ਐਗਰੀਕਲਚਰ ਦੇ ਵਿੱਚ ਵੀ ਕਾਫੀ ਮਾਹਿਰੀਅਤ ਰਹੀ ਹੈਗੀ ਹੈ, ਸੋ ਪੋਲੀਟਿਕਸ ਵੱਲ ਜ਼ਿਆਦਾ ਆਏ ਨਹੀਂ ਹੈਗੇ। ਤੇ ਇਸ ਕਰਕੇ ਉਹ ਪੋਲੀਟੀਕਲ ਸੀਨ ਦੇ ਵਿੱਚ ਅਜੇ ਤੱਕ ਪਗੜੀ ਵਾਲੇ ਨਹੀਂ ਨਜ਼ਰ ਆਏ, ਬਟ ਹੋ ਸਕਦਾ ਅਗਲੇ ਟਾਈਮ ਦੇ ਵਿੱਚ ਇਹ ਚੀਜ਼ ਦੀ ਘਾਟ ਮਹਿਸੂਸ ਕੀਤੀ ਗਈ ਹੈਗੀ। ਤੇ ਡੈਫੀਨੇਟਲੀ ਆਪਣਾ ਕੈਨੇਡਾ ਦੇ ਨਾਲ ਅਸੀਂ ਸ਼ਾਇਦ ਅਜੇ ਕੰਪੇਅਰ ਨਾ ਕਰ ਪਾਈਏ, ਬਿਕੋਜ਼ ਉੱਥੇ ਜਿੰਨੀ ਕੁ ਪਾਪੂਲੇਸ਼ਨ ਹੈ ਔਰ ਜੋ ਪਰਸੈਂਟੇਜ ਹੈ, ਸੋ ਉਸ ਹਿਸਾਬ ਨਾਲ ਉੱਥੇ ਬੜੀ ਅੱਛੀ ਗੱਲ ਹੈ ਕਿ ਸਿੱਖਾਂ ਨੇ ਕਾਫੀ ਨਾਮ ਕਮਾਇਆ ਹੈਗਾ ਜੀ। ਤੇ ਇੱਥੇ ਨਾਮ ਕਮਾਇਆ ਡਿਫਰੈਂਟ ਚੀਜ਼ਾਂ ਦੇ ਵਿੱਚ ਕਮਾਇਆ, ਪੋਲੀਟਿਕਸ ਦੇ ਵਿੱਚ ਸ਼ਾਇਦ ਥੋੜਾ ਪਿੱਛੇ ਰਹਿ ਗਏ ਅਸੀਂ, ਥੋੜਾ ਪਿੱਛੇ ਰਹਿ ਗਏ, ਤੇ ਅਗਲੇ ਟਾਈਮ ਦੇ ਵਿੱਚ ਉਮੀਦ ਹੈ। ਠੀਕ ਹੈ, ਪਰ ਗੁਰਦੁਆਰਿਆਂ ਵਿੱਚ ਦੇਖੀਏ ਤਾਂ ਗੁਰਦੁਆਰਿਆਂ ਵਿੱਚ ਸਿਆਸਤ ਦਾ ਬੋਲਬਾਲਾ ਬਹੁਤ ਜ਼ਿਆਦਾ ਹੈ, ਕਿਉਂਕਿ ਸਿਆਸਤ ਜਿਹੜੀ ਹੈ ਇੱਕ ਸੇਵਾ ਦੇ ਨਾਂ ਤੋਂ ਹੈ। ਪੋਲੀਟਿਕਸ ਸਿਆਸਤ ਜਿਹੜੀ ਹੈ ਉਹ ਪਹਿਲਾਂ ਸੇਵਾ ਸੀਗੀ, ਪਰ ਅੱਜ ਕੱਲ੍ਹ ਇਸ ਨੂੰ ਬੜਾ ਨੈਗੇਟਿਵ ਪਰਸਪੈਕਟਿਵ ਹੋ ਗਿਆ ਕਿ ਜਦੋਂ ਅਸੀਂ ਪੋਲੀਟੀਕਲ ਗੱਲ ਕਰਦੇ ਹਾਂ, ਪੋਲੀਟਿਕਸ ਦੀ ਗੱਲ ਕਰਦੇ ਹਾਂ, ਸਿਆਸਤ ਦਾ ਨਾਮ ਦਿੰਦੇ ਹਾਂ, ਤਾਂ ਉਹ ਇੱਕ ਨੈਗੇਟਿਵ ਪਰਸਪੈਕਟਿਵ ਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਕੀ ਨਜ਼ਰ ਆ ਰਿਹਾ ਹੈ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ, ਤੁਹਾਨੂੰ ਲੱਗਦਾ ਹੈ ਕਿ ਉਹ ਗੱਲ ਬਿਲਕੁਲ ਸਹੀ ਹੈ, ਉਹ ਹੋਣੀ ਚਾਹੀਦੀ ਹੈ ਕਿ ਸਿਆਸਤ ਗੁਰਦੁਆਰਿਆਂ ਵਿੱਚ ਹੋਣੀ ਚਾਹੀਦੀ ਹੈ? ਗੁਰਦੁਆਰਿਆਂ ਵਿੱਚ ਜਿਸ ਟਾਈਪ ਦੀ ਅਗਰ ਕੋਈ ਗੰਦੀ ਪੋਲੀਟਿਕਸ, ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਹੈਗੀ। ਅਸੀਂ ਆਪਣੇ ਜਗ੍ਹਾ ਦੇ ਉੱਪਰ ਅਗਰ ਆਪਣੀ ਰਿਸਪੌਂਸਿਬਿਲਿਟੀਜ਼ ਨੂੰ ਸਮਝ ਕੇ ਜੇ ਸੇਵਾ ਹੀ ਹੈ ਪੋਲੀਟਿਕਸ ਜਾਂ ਸੇਵਾ ਹੀ ਹੈ, ਤੇ ਸਾਨੂੰ ਉਸ ਹਿਸਾਬ ਨਾਲ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਸ ਔਰ ਉਹ ਸਭ ਨਹੀਂ ਕਰਵਾਉਣੇ ਚਾਹੀਦੇ ਜੀ। ਵਾਲਨਟ ਗੁਰਦੁਆਰੇ ਵਿੱਚ ਇਲੈਕਸ਼ਨਸ ਨਹੀਂ ਹੁੰਦੇ। ਉੱਥੇ ਪੁਰਾਣੀ ਕਮੇਟੀ ਜਦੋਂ 2 ਸਾਲ ਦੀ ਸੇਵਾ ਨਿਭਾ ਕੇ ਜੀ ਆਪਣਾ ਨਵੀਂ ਕਮੇਟੀ ਨੋਮੀਨੇਟ ਕਰ ਦਿੰਦੀ ਹੈਗੀ, ਤੇ ਉਹ ਫਿਰ ਆਪਣਾ ਅਗਲੇ 2 ਸਾਲ ਸੇਵਾ ਨਿਭਾਉਂਦੀ ਹੈਗੀ। ਇਹ ਬਹੁਤ ਚੰਗੀ ਗੱਲ ਹੈ ਕਿ ਉੱਥੇ ਇਲੈਕਸ਼ਨ ਨਹੀਂ ਹੁੰਦੀ ਬਲਕਿ ਸਿਲੈਕਸ਼ਨ ਹੁੰਦੀ ਹੈ, ਔਰ ਸਿਲੈਕਸ਼ਨ ਹੋਣੀ ਵੀ ਚਾਹੀਦੀ ਹੈ, ਕਿਉਂਕਿ ਤੁਸੀਂ ਆਪਸ 'ਚ ਇਕੱਠੇ ਬੈਠ ਕੇ ਸਲਾਹ ਮਸ਼ਵਰਾ ਕਰਕੇ ਇੱਕ ਸਿਲੈਕਸ਼ਨ ਕਰ ਲੈਂਦੇ ਹੋ ਕਿ ਇਹ ਜਿਹੜਾ ਹੈਗਾ ਸੰਚਾਲਨ ਕਰੇਗਾ, ਇਹ ਵਾਲੀ ਕਮੇਟੀ ਜਿਹੜੀ ਹੈ ਹੁਣ ਇਹਦੀ ਪ੍ਰਬੰਧਕੀ ਢਾਂਚੇ ਨੂੰ ਆਪਣੇ ਵੱਲੋਂ ਹੋਰ ਮਜ਼ਬੂਤੀ ਨਾਲ ਅੱਗੇ ਵਧਾਏਗੀ। ਪਰ ਜਦੋਂ ਇਲੈਕਸ਼ਨਸ ਕਰਦੇ ਨੇ, ਇਲੈਕਸ਼ਨਸ ਵਿੱਚ ਇਹੀ ਹੁੰਦਾ ਕਿ ਇੱਕ ਧੜਾ ਕਹਿੰਦਾ ਸਾਡਾ ਜਿਹੜਾ ਸ਼ਖਸ ਹੈਗਾ ਉਹ ਪ੍ਰਬੰਧਕੀ ਢਾਂਚਾ ਦੇਖੇ, ਦੂਸਰਾ ਧੜਾ ਕਹਿੰਦਾ ਨਹੀਂ ਸਾਡਾ ਧੜਾ ਦੇਖੇ, ਔਰ ਇਹ ਧੜੇਬਾਜ਼ੀ ਜਿਹੜੀ ਹੈਗੀ ਹੈ ਅੱਜ ਕੱਲ੍ਹ ਬੜਾ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਈ ਹੈ। ਇਸ ਤੋਂ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਇਹ ਚੀਜ਼ ਬਹੁਤ ਗਲਤ ਹੈਗੀ, ਔਰ ਅਸੀਂ ਇਸ ਨੂੰ ਬਿਲਕੁਲ ਨਹੀਂ ਪਸੰਦ ਕਰਦੇ ਜੀ। ਔਰ ਸਾਡੀ ਤੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਾ। ਔਰ ਜੇ ਗੁਰਦੁਆਰਿਆਂ ਦੇ ਵਿੱਚ ਸੇਵਾ ਭਾਵ ਨਾਲ ਹੀ ਕੰਮ ਹੋਣੇ ਚਾਹੀਦੇ ਨੇ, ਕਮਿਊਨਿਟੀ ਨੂੰ ਜੋੜਨਾ ਹੈਗਾ। ਜਦੋਂ ਅਸੀਂ ਇਸ ਤਰ੍ਹਾਂ ਇਲੈਕਸ਼ਨ ਦੇ ਚੱਕਰ ਵਿੱਚ ਪੈਂਦੇ ਹਾਂ ਤੇ ਫਿਰ ਅਸੀਂ ਡਿਵਾਈਡ ਹੋ ਜਾਂਦੇ ਹੈਗੇ ਆ, ਤੇ ਸਾਨੂੰ ਡਿਵਾਈਡ ਨਹੀਂ ਹੋ ਕੇ ਆਪਣਾ ਕਮਿਊਨਿਟੀ ਸਰਵਿਸ ਹੈ, ਗੁਰਦੁਆਰਾ ਇੱਕ ਕਿਸਮ ਦਾ ਕਮਿਊਨਿਟੀ ਸਰਵਿਸ ਹੀ ਹੈਗੀ ਜੀ, ਤੇ ਉਹਦੇ ਵਿੱਚ ਸਭ ਨੂੰ ਮਿਲ ਜੁਲ ਕੇ ਹੀ ਕਰਨਾ ਚਾਹੀਦਾ। ਜੋ ਟਾਈਮ ਦੇ ਸਕਦਾ ਉਹ ਅੱਗੇ ਆਵੇ, ਜੋ ਨਹੀਂ ਅਜੇ ਉਹ ਲੋਕੀ ਕਈ ਹੈਗੇ ਨੇ ਸਿਰਫ ਚੌਧਰ ਪੁਣੇ ਵਾਸਤੇ ਆਉਂਦੇ ਹੈਗੇ ਨੇ, ਬਟ ਦੈਟਸ ਨਾਟ ਰਾਈਟ। ਆਪਣਾ ਜੇ ਤੁਸੀਂ ਟਾਈਮ ਕੱਢ ਸਕਦੇ ਹੈਗੇ ਹੋ ਤੇ ਫਿਰ ਤੁਸੀਂ ਉਹ ਆਪਣੀ ਸੇਵਾ ਜ਼ਰੂਰ ਕਰੋ, ਬਟ ਸਿਰਫ ਚੌਧਰ ਪੁਣੇ ਵਾਸਤੇ ਨਾ। ਬਿਲਕੁਲ ਠੀਕ ਗੱਲ ਹੈ। ਹੁਣ ਇੱਕ ਪਾਸੇ ਹੋਰ ਅਸੀਂ ਦੂਸਰੇ ਪਾਸੇ ਦੇਖਦੇ ਹਾਂ, ਇੱਕ ਹੋਰ ਕੜਵਾ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਕਰਨਾ ਚਾਹਾਂਗਾ ਕਿ ਅਸੀਂ ਜੇਕਰ ਭਾਰਤ ਦੀ ਧਰਤੀ 'ਤੇ ਦੇਖੀਏ, ਨਾ ਸਿਰਫ ਪੰਜਾਬ ਬਲਕਿ ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਰਾਜਸਥਾਨ, ਇੱਧਰ ਪਾਸੇ ਮਹਾਰਾਸ਼ਟਰ, ਹਰ ਪਾਸੇ ਨਾ ਇੱਕ ਹੋੜ ਜਿਹੀ ਲੱਗੀ ਹੋਈ ਹੈ ਨੌਜਵਾਨਾਂ ਵਿੱਚ ਕਿ ਅਸੀਂ ਬਾਹਰ ਜਾ ਕੇ ਸੈਟਲ ਹੋਣਾ ਹੈ।
ਫਿਰ ਅਸੀਂ ਭਾਵੇਂ ਅਮਰੀਕਾ ਚਲੇ ਜਾਈਏ, ਯੂਕੇ ਚਲੇ ਜਾਈਏ, ਕੈਨੇਡਾ ਚਲੇ ਜਾਈਏ, ਆਸਟ੍ਰੇਲੀਆ ਚਲੇ ਜਾਈਏ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਜਦੋਂ ਬਾਹਰ ਚਕਾਚੌਂਧ ਜਿਹੜੀ ਹੈਗੀ ਹੈ ਡਾਲਰਾਂ ਦੀ, ਪਾਊਂਡ ਦੀ ਜਿਹੜੀ ਚਮਕ ਹੈਗੀ ਹੈ ਉਹ ਆਪਣੇ ਵੱਲ ਉਹਨਾਂ ਨੂੰ ਆਕਰਸ਼ਿਤ ਕਰਦੀ ਹੈ। ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਬਸ ਹੀਲੇ ਵਸੀਲੇ ਕਰਕੇ ਪਹੁੰਚ ਜਾਓ ਬਾਹਰ ਵਿਦੇਸ਼ਾਂ ਦੀ ਧਰਤੀ 'ਤੇ, ਫਿਰ ਭਾਵੇਂ ਤੁਸੀਂ ਲੀਗਲੀ ਜਾਓ ਜਾਂ ਫਿਰ ਇਲੀਗਲੀ ਜਾਓ, ਹੋਰ ਨਾ ਕਈ ਮੁਲਕਾਂ 'ਚ ਘੁੰਮਾ ਕੇ ਜਾਓ, ਮਹੀਨੇ ਲਗਾ ਕੇ ਜਾਓ, ਆਪਣੀਆਂ ਜਾਨ ਨੂੰ ਜੋਖਮ 'ਚ ਪਾ ਕੇ ਜਾਓ, ਲੇਕਿਨ ਅਸੀਂ ਨੂੰ ਲੱਗਦਾ ਕਿ ਅਸੀਂ ਲੱਖਾਂ ਰੁਪਏ ਖਰਚ ਕਰਕੇ ਜਾਵਾਂਗੇ ਪਰ ਆਪਣੀ ਅਸੀਂ ਜ਼ਿੰਦਗੀ ਨੂੰ ਸੰਵਾਰ ਲਾਂਗੇ ਕਿਸੇ ਨਾ ਕਿਸੇ ਤਰੀਕੇ ਨਾਲ। ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਕਿ ਵਾਕਈ ਇੱਥੇ ਡਾਲਰ ਪਾਊਂਡ ਕਮਾਣੇ ਇੰਨੇ ਸੌਖੇ ਹੈਗੇ ਆ ਵਿਦੇਸ਼ਾਂ ਵਿੱਚ? ਵਿਦੇਸ਼ਾਂ ਵਿੱਚ ਡਾਲਰ ਪਾਊਂਡ ਕਮਾਣੇ ਇਤਨੇ ਸੌਖੇ ਨਹੀਂ ਹੈਗੇ। ਤੁਹਾਨੂੰ ਜ਼ਰੂਰ ਤੁਹਾਡਾ ਪਲਾਨ ਹੋਣਾ ਚਾਹੀਦਾ ਹੈਗਾ। ਤੁਹਾਨੂੰ ਤੁਸੀਂ ਸਭ ਤੋਂ ਪਹਿਲੇ ਆਪਣੀ ਐਜੂਕੇਸ਼ਨ ਸਟਰੋਂਗ ਕਰੋ ਔਰ ਫਿਰ ਓਪਰਚੁਨਿਟੀਜ਼ ਤੇ ਇੰਡੀਆ ਵਿੱਚ ਵੀ ਹੁੰਦੀਆਂ ਹੈਗੀਆਂ ਨੇ ਤੇ ਹਰ ਇੱਕ ਜਗ੍ਹਾ ਜਿੱਥੇ ਇਨਸਾਨ ਰਹਿ ਰਿਹਾ ਹੈਗਾ ਓਪਰਚੁਨਿਟੀਜ਼ ਹੁੰਦੀਆਂ ਨੇ, ਬਣਾਉਣੀਆਂ ਪੈਂਦੀਆਂ ਹੈਗੀਆਂ। ਔਰ ਆਪਣਾ ਜਿਹੜੇ ਬੰਦੇ ਸਿਰਫ ਦੇਖੋ ਦੇਖੀ ਆ ਰਹੇ ਹੈਗੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਸੰਭਲ ਕੇ ਕਰਨਾ ਚਾਹੀਦਾ ਹੈ। ਬਿਕੋਜ਼ ਕਿਉਂਕਿ ਮੈਂ ਵੀ ਬਹੁਤ ਟਰੈਵਲ ਕਰਦਾ ਹੈਗਾ, ਮੈਕਸੀਕੋ ਵਿੱਚ ਵੀ ਅਸੀਂ ਬਹੁਤ ਲੋਕਾਂ ਦੇ ਜਾਨਾਂ ਜਾਂਦੀਆਂ ਦੇਖੀਆਂ ਹੈਗੀਆਂ ਨੇ ਅਤੇ ਸਿਰਫ ਕਿਸੇ ਦੇ ਕਹਿਣ ਦੇ ਉੱਪਰ ਇਸ ਤਰ੍ਹਾਂ ਆਪਣੀਆਂ ਜ਼ਮੀਨਾਂ ਵੇਚ ਕੇ ਜਾਂ ਪੈਸੇ ਇਕੱਠੇ ਕਰਕੇ ਜਾਂ ਉਹ ਬਾਹਰਲੇ ਮੁਲਕ ਵਿੱਚ ਆ ਕੇ ਬਾਹਰਲੇ ਮੁਲਕ 'ਚ ਵੀ ਆ ਕੇ ਤੁਹਾਨੂੰ ਕੰਮ ਤਾਂ ਕਰਨਾ ਹੀ ਪਏਗਾ। ਬਿਲਕੁਲ ਬਿਲਕੁਲ। ਅਸੀਂ ਇੱਥੇ ਬੜੇ 18 ਘੰਟੇ ਕੰਮ ਕੀਤੇ ਹੋਏ ਹੈਗੇ ਨੇ ਔਰ ਬੜੀਆਂ ਮਿਹਨਤਾਂ ਕਰਕੇ ਜਿਸ ਮੁਕਾਮ 'ਤੇ ਵੀ ਪਰਮਾਤਮਾ ਨੇ ਪਹੁੰਚਾਇਆ ਹੈਗਾ ਅਤੇ ਉਹ ਕੋਈ ਰਸਤਾ ਸੌਖਾ ਨਹੀਂ ਹੈਗਾ, ਟਾਈਮ ਲੱਗਦਾ ਔਰ ਬੜੀ ਮਿਹਨਤਾਂ ਕਰਨੀਆਂ ਪੈਂਦੀਆਂ ਹੈਗੀਆਂ ਨੇ। ਸੋ ਬਟ ਪਲਾਨ ਹੋਣਾ ਚਾਹੀਦਾ ਹੈਗਾ ਕਿ ਵੀ ਕੀ ਕਰਨਾ ਹੈਗਾ। ਇਸ ਤਰ੍ਹਾਂ ਤੇ ਫਿਰ ਆ ਕੇ ਉਹਨਾਂ ਨੂੰ ਛੋਟੇ ਮੋਟੇ ਜੌਬ ਹੀ ਕਰਨੇ ਪੈਣਗੇ ਜੀ। ਅਤੇ ਸਭ ਤੋਂ ਪਹਿਲੇ ਬੱਚਿਆਂ ਨੂੰ ਇਹੀ ਉੱਥੇ ਦੇ ਪੰਜਾਬ ਦੇ ਹੋਣ ਚਾਹੇ ਹਰਿਆਣੇ ਦੇ ਹੋਣ ਜਾਂ ਜਿੱਥੇ ਦੇ ਵੀ ਇਹ ਸੋਚ ਕੇ ਉੱਥੇ ਆ ਰਹੇ ਕਿ ਭਈ ਉੱਥੇ ਬਸ ਜਾਂਦੇ ਸਾਰ ਅਸੀਂ ਅਮੀਰ ਹੋ ਜਾਵਾਂਗੇ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਉਹ ਪੜ੍ਹਾਈ ਤੁਹਾਨੂੰ ਪੂਰੀ ਆਪਣਾ ਕਰਨੀ ਚਾਹੀਦੀ ਹੈਗੀ ਹੈ ਔਰ ਆਪਣੇ ਪੜ੍ਹਾਈ ਦੇ ਬਲਬੂਤੇ ਦੇ ਉੱਪਰ ਫਿਰ ਤੁਸੀਂ ਉੱਥੇ ਵੀ ਕੁਝ ਕਰ ਸਕਦੇ ਹੈਗੇ ਔਰ ਇੱਥੇ ਵੀ ਕਰ ਸਕਦੇ ਹੈਗੇ। ਬਿਲਕੁਲ। ਪਰ ਤੁਸੀਂ ਅਗਰ ਆਪਣੀ ਲਾਈਫ ਨੂੰ ਦੇਖੋ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਤੁਸੀਂ ਡਿਸੀਜਨ ਲਿਆ ਸੀ ਇੰਡੀਆ ਤੋਂ ਅਮਰੀਕਾ ਵਿੱਚ ਆਉਣ ਦਾ, ਕੀ ਉਹ ਡਿਸੀਜਨ ਸਹੀ ਸਾਬਿਤ ਹੋਇਆ? ਭਾਵੇਂ ਅੱਜ ਤੁਸੀਂ ਬਿਜ਼ਨਸ ਟਾਈਕੂਨ ਹੋ ਪਰ ਪੰਜਾਬ ਦੀ ਕਿੱਥੇ ਆ ਭਾਰਤ ਦੀ ਮਿੱਟੀ ਦੀ ਯਾਦ ਆਉਂਦੀ ਹੈ? ਭਾਰਤ ਦੀ ਮਿੱਟੀ ਦੀ ਯਾਦ ਤਾਂ ਹਮੇਸ਼ਾ ਬਣੀ ਰਹੀ ਹੈਗੀ ਹੈ ਔਰ ਹੁਣ ਵੀ ਆਈ ਜਾਈਦਾ ਹੈਗਾ। ਅਤੇ ਜਿਹੜਾ ਡਿਸੀਜਨ ਹੈਗਾ ਸੀਗਾ ਉਹ ਸਾਡੇ ਕੇਸ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਹੋ ਗਿਆ ਸੀਗਾ ਜਿਸ ਸਰਕਮਸਟਾਂਸਿਸ ਦੇ ਵਿੱਚ ਮੈਂ ਆਇਆ ਸੀਗਾ। ਬਟ ਇੱਕ ਵਾਰੀ ਆ ਗਏ ਔਰ ਜੇ ਪਰਮਾਤਮਾ ਨੂੰ ਇਸ ਤਰ੍ਹਾਂ ਹੀ ਮਨਜ਼ੂਰ ਸੀਗਾ ਅਤੇ ਅਸੀਂ ਉਸੇ ਨੂੰ ਸਿਰ ਮੱਥੇ ਲੈ ਕੇ ਐਕਸੈਪਟ ਕੀਤਾ ਔਰ ਫਿਰ ਆਪਣਾ ਇੱਕ ਪਲਾਨ ਦੇ ਨਾਲ ਉਸ ਨੂੰ ਐਗਜ਼ੀਕਿਊਟ ਕੀਤਾ ਔਰ ਫਿਰ ਉਸ ਪਲਾਨ ਦੇ ਮੁਤਾਬਿਕ ਪਰਮਾਤਮਾ ਦੀ ਕਿਰਪਾ ਨਾਲ ਕਾਫੀ ਆਪਣਾ ਕਾਮਯਾਬੀ ਮਿਲੀ। ਬਿਲਕੁਲ। ਔਰ ਇਸੀ ਕਾਮਯਾਬੀ ਦੇ ਕਰਕੇ ਤੁਸੀਂ ਸਿਰਫ ਆਪਣੇ ਆਪ ਨੂੰ ਨਹੀਂ ਬਲਕਿ ਪੂਰੀ ਕਮਿਊਨਿਟੀ ਨੂੰ ਸਪੋਰਟ ਕਰ ਰਹੇ ਹੋ, ਗੁਰਦੁਆਰਾ ਸਾਹਿਬ ਨੂੰ ਬੜਾ ਸਪੋਰਟ ਕਰ ਰਹੇ ਹੋ ਔਰ ਇਸ ਲਈ ਅਸੀਂ ਪੂਰਾ ਧੰਨਵਾਦ ਵੀ ਕਰਦੇ ਹਾਂ ਤੁਹਾਡਾ ਔਰ ਬਹੁਤ ਸ਼ੁਕਰੀਆ ਵੀ ਕਰਾਂਗੇ ਕਿ ਤੁਸੀਂ ਆਪਣਾ ਸਾਨੂੰ ਕੀਮਤੀ ਸਮਾਂ ਦਿੱਤਾ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋਗੇ ਔਰ ਸਿੱਖ ਭਾਈਚਾਰੇ ਦਾ ਨਾਮ ਹੋਰ ਬੁਲੰਦੀਆਂ 'ਤੇ ਲੈ ਕੇ ਜਾਓਗੇ। ਬਹੁਤ ਧੰਨਵਾਦ ਔਰ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਥੈਂਕ ਯੂ ਜੀ, ਥੈਂਕ ਯੂ। ਸੋ ਸਰਦਾਰ ਗੁਰਬਖਸ਼ ਸਿੰਘ ਭਸੀਨ ਸਾਹਿਬ ਜਿਨ੍ਹਾਂ ਨੇ ਖੁੱਲ੍ਹ ਕੇ ਦੱਸਿਆ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਪੜ੍ਹ ਲਿਖ ਕੇ ਅਮਰੀਕਾ ਦੀ ਧਰਤੀ ਵੱਲ ਜਾਂ ਵਿਦੇਸ਼ਾਂ ਦੀ ਧਰਤੀ ਵੱਲ ਕੁਝ ਕਰ ਲੈਣਾ ਚਾਹੀਦਾ, ਪਰ ਇੱਕ ਮਿਸ਼ਨ ਦੇ ਨਾਲ, ਇੱਕ ਪੂਰੀ ਪਲਾਨ ਦੇ ਨਾਲ ਹੀ ਤੁਸੀਂ ਇੱਥੇ ਆਓ ਤਾਂ ਹੀ ਤੁਸੀਂ ਕੁਝ ਸਕਸੈਸਫੁਲ ਹੋ ਸਕਦੇ ਹੋ। ਵਰਨਾ ਬਹੁਤ ਐਸੇ ਬੱਚੇ ਵੀ ਨੇ ਜਿਹੜੇ ਅਜਾਈ ਕੀਮਤਾਂ ਦੇ ਕੇ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਦੀ ਧਰਤੀ 'ਤੇ ਆਉਂਦੇ ਨੇ ਪਰ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਮਿਲਦਾ ਉਹਨਾਂ ਨੂੰ, ਕਿਉਂਕਿ ਇੱਕ ਪਲਾਨ ਦੇ ਨਾਲ ਨਹੀਂ, ਇੱਕ ਚੰਗੀ ਐਜੂਕੇਸ਼ਨ ਦੇ ਨਾਲ ਉਹ
ਅਮਰੀਕਾ ਦੀ ਧਰਤੀ ਤੇ ਜਾਂ ਕੈਨੇਡਾ ਦੀ ਧਰਤੀ ਤੇ ਨਹੀਂ ਆ ਪਾਉਂਦੇ। ਸੋ ਅੱਜ ਬਿਜ਼ਨਸ ਟਾਈਕੂਨ ਸਰਦਾਰ ਗੁਰਬਖਸ਼ ਸਿੰਘ ਭਸੀਨ ਸਾਹਿਬ ਸਾਡੇ ਨਾਲ ਮੌਜੂਦ ਸਨ, ਜਿਨ੍ਹਾਂ ਨੂੰ ਅਸੀਂ ਮਿਲ ਕੇ ਕਿਹਾ ਸਿੱਖਾਏ। ਫਿਲਹਾਲ ਅਗਲੇ ਹਫ਼ਤੇ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਮੈਨੂੰ ਯਾਨੀ ਪਲੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।